ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦਾ ਪ੍ਰਕਾਸ਼। ਗੁਰੂ ਜੀ ਦਾ ਜਨਮ ਮਿਤੀ 15 ਅਪ੍ਰੈਲ 1469 ਨੂੰ ਰਾਏਭੋਏ ਦੀ ਤਲਵੰਡੀ, ਜ਼ਿਲ੍ਹਾ ਸ਼ੇਖੂਪੁਰਾ, ਜੋ ਕਿ ਹੁਣ ਨਨਕਾਣਾ ਸਾਹਿਬ ਵਿੱਚ ਹੈ, ਵਿਖੇ ਮਾਤਾ ਤ੍ਰਿਪਤਾ ਜੀ ਦੇ ਕੁੱਖੋਂ ਤੇ ਮਾਤਾ ਮਹਿਤਾ ਕਾਲੂ ਜੀ ਦੇ ਘਰ ਹੋਇਆ। ਸਤਬੀਰ ਸਿੰਘ ਦੇ ਸ਼ਬਦਾਂ ਅਨੁਸਾਰ ਮਾਤਾ ਤ੍ਰਿਪਤਾ ਨੇ ਤ੍ਰਿਪਤ ਹੋਣਾ ਹੀ ਸੀ, ਪਰ ਦੌਲਤਾਂ ਦਾਈਏ ਤੇ ਤੁਲਸਾਂ ਨੂੰ ਜੋ ਜਲਵੇ ਦੀ ਦੌਲਤ ਮਿਲੀ, ਉਸ ਨਾਲ ਉਹ ਖਿੜ ਹੀ ਗਈਆਂ। ਦੌਲਤਾਂ ਤਾਂ ਇੰਨੀ ਨਿਹਾਲ ਹੋਈ ਕਿ ਜਦ ਮਹਿਤਾ ਕਾਲੂ ਜੀ ਨੇ ਉਸ ਨੂੰ ਕੁਝ ਰੁਪਏ ਦੇਣੇ ਚਾਹੇ ਤਾਂ ਉਸ ਨੇ ਇਹ ਕਹਿ ਕੇ ਨਾ ਕਰ ਦਿੱਤੀ ਕਿ ਮੈਂ ਇੰਨੇ ਬੱਚਿਆਂ ਨੂੰ ਜਨਮ ਦਿਵਾਇਆ ਹੈ, ਅਜਿਹਾ ਕੋਈ ਬਾਲਕ ਨਹੀਂ ਡਿੱਠਾ ਜੋ ਹੌਲੇ ਹੌਲੇ ਮੁਸਕਰਾ ਕੇ ਮੇਰੇ ਵੱਲ ਵੇਖੇ। ਇਸ ਬਾਲਕ ਦੇ ਦਰਸ਼ਨ ਕਰਕੇ ਮੈਨੂੰ ਪੈਸਿਆਂ ਦੀ ਕੋਈ ਭੁੱਖ ਨਹੀਂ ਰਹੀ। ਇਸ ਬਾਰੇ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ, ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਇਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਅਕਸਰ ਬੱਚੇ ਰੋਂਦੇ ਰੋਂਦੇ ਹੋਏ ਜਨਮ ਲੈਂਦੇ ਹਨ, ਪਰ ਬਾਬਾ ਜੀ ਦਾ ਚਿਹਰਾ ਤਾਂ ਜਨਮ ਵੇਲੇ ਖਿੜਿਆ ਹੋਇਆ ਸੀ। ਉਹ ਕਦੀ ਰੋ ਕੇ ਵੀ ਦੁੱਧ ਨਹੀਂ ਮੰਗਦੇ ਸਨ। ਉਹ ਹਰ ਵੇਲੇ ਅਕਾਲ ਪੁਰਖ ਦੀ ਯਾਦ ਵਿੱਚ ਹੀ ਜੁੜੇ ਰਹਿੰਦੇ ਸਨ। ਉਹ ਬਾਲਕਾਂ ਨਾਲ ਖੇਡਦੇ ਤਾਂ ਜੀਵਨ ਦੀਆਂ ਖੇਡਾਂ ਬਾਰੇ ਹੀ ਗੱਲਾਂ ਕਰਦੇ ਸਨ। ਉਹਨਾਂ ਦੀਆਂ ਗੱਲਾਂ ਜੋ ਵੀ ਸੁਣਦਾ ਤ੍ਰਿਪਤ ਹੋ ਜਾਂਦਾ। ਜਨਮ ਪੱਤਰੀ ਤਿਆਰ ਕਰਨੀ। ਗੁਰੂ ਜੀ ਦੇ ਜਨਮ ਉੱਤੇ ਮਾਤਾ ਤ੍ਰਿਪਤਾ ਜੀ ਨੇ ਤ੍ਰਿਪਤ ਹੋਣਾ ਹੀ ਸੀ। ਦਾਈ ਦੌਲਤਾਂ ਨੂੰ ਜੋ ਜਲਵੇ ਦੀ ਦੌਲਤ ਮਿਲੀ, ਉਸ ਨਾਲ ਉਸ ਨੂੰ ਇੰਨਾ ਸਕੂਨ ਪ੍ਰਾਪਤ ਹੋਇਆ ਕਿ ਦੁਨਿਆਵੀ ਪਦਾਰਥਾਂ ਦੀ ਕੋਈ ਭੁੱਖ ਹੀ ਨਾ ਰਹੀ। ਪਿੰਡ ਵਾਲਿਆਂ ਨੂੰ ਜਦੋਂ ਦੌਲਤਾਂ ਰਾਹੀਂ ਅਜਿਹੇ ਬਾਲਕ ਨੂੰ ਜਨਮ ਬਾਰੇ ਪਤਾ ਲੱਗਾ ਤਾਂ ਹਰੇਕ ਨੂੰ ਦਰਸ਼ਨਾਂ ਦੀ ਤਾਂਘ ਉਤਪੰਨ ਹੋਈ। ਉਸ ਵੇਲੇ ਦੇ ਰਿਵਾਜ ਅਨੁਸਾਰ ਮਹਿਤਾ ਕਾਲੂ ਜੀ ਨੇ ਪੰਡਤ ਹਰਦਿਆਲ ਜੋਤਸ਼ੀ ਨੂੰ ਜਨਮ ਪੱਤਰੀ ਤਿਆਰ ਕਰਨ ਲਈ ਆਪਣੇ ਘਰ ਬੁਲਾਇਆ। ਪੰਡਤ ਹਰਦਿਆਲ ਤਾਂ ਪਹਿਲਾਂ ਹੀ ਇਸ ਬੱਚੇ ਦੇ ਦਰਸ਼ਨ ਕਰਨ ਲਈ ਉਤਾਵਲੇ ਸੀ। ਜਦ ਉਸ ਨੇ ਘਰ ਆ ਕੇ ਬਾਲ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਉਸ ਨੂੰ ਵੀ ਇੱਕ ਅਦਭੁਤ ਸ਼ਾਂਤੀ ਅਤੇ ਸਕੂਨ ਪ੍ਰਾਪਤ ਹੋਇਆ। ਉਸ ਨੇ ਪਹਿਲਾਂ ਵੀ ਅਨੇਕ ਬੱਚੇ ਵੇਖੇ ਹੋਏ ਸਨ ਅਤੇ ਉਹਨਾਂ ਦੀਆਂ ਜਨਮ ਪੱਤਰੀਆਂ ਵੀ ਤਿਆਰ ਕੀਤੀਆਂ ਹੋਈਆਂ ਸਨ, ਪਰ ਬਾਲ ਗੁਰੂ ਜੀ ਦੇ ਦਰਸ਼ਨ ਕਰਕੇ ਉਸ ਨੂੰ ਇੰਝ ਮਹਿਸੂਸ ਹੋਇਆ ਕਿ ਉਹ ਕਿਸੇ ਅਮਨ ਸ਼ਾਂਤੀ ਦੇ ਦੇਵਤੇ ਦੇ ਦਰਸ਼ਨ ਕਰ ਰਿਹਾ ਹੈ। ਬੜੀ ਦੇਰ ਤੱਕ ਗੌਰ ਨਾਲ ਬਾਲਕ ਨੂੰ ਦੇਖਣ ਤੋਂ ਬਾਅਦ ਪੰਡਤ ਹਰਦਿਆਲ ਨੇ ਮਹਿਤਾ ਕਾਲੂ ਜੀ ਨੂੰ ਆਖਿਆ, ਤੁਸੀਂ ਬੜੇ ਭਾਗਾਂ ਵਾਲੇ ਹੋ ਜਿਨ੍ਹਾਂ ਦੇ ਘਰ ਅਜਿਹੇ ਰੱਬੀ ਨੂਰ ਵਾਲਾ ਬਾਲਕ ਪੈਦਾ ਹੋਇਆ ਹੈ। ਇਹ ਵੱਡੇ ਵੱਡੇ ਚੋਰਾਂ, ਡਾਕੂਆਂ, ਜ਼ਾਲਮਾਂ ਅਤੇ ਕੁਕਰਮੀਆਂ ਦਾ ਦਿਲ ਜਿੱਤ ਲਵੇਗਾ ਅਤੇ ਨਾਲ ਹੀ ਉਹਨਾਂ ਨੂੰ ਸੱਚ ਦੇ ਰਾਹ ਵੀ ਪਾ ਦੇਵੇਗਾ। ਇਹ ਰੱਬੀ ਦਰਗਾਹ 'ਚੋਂ ਸੱਚ ਦੀ ਪੂੰਜੀ ਲੈ ਕੇ ਆਇਆ ਹੈ। ਇਸ ਦਾ ਸਾਰੇ ਧਰਮਾਂ ਵਾਲੇ ਸਤਿਕਾਰ ਕਰਨਗੇ ਅਤੇ ਇਸ ਦੁਆਰਾ ਚਲਾਇਆ ਗਿਆ ਧਰਮ ਜੁਗਾਂ ਜੁਗੰਤਰਾਂ ਤੱਕ ਚੱਲੇਗਾ। ਪੰਡਤ ਜੀ ਦੀ ਭਵਿੱਖਬਾਣੀ ਸੁਣ ਕੇ ਮਾਤਾ ਤ੍ਰਿਪਤਾ ਜੀ, ਪਿਤਾ ਕਾਲੂ ਜੀ ਬੜੇ ਪ੍ਰਸੰਨ ਹੋਏ ਅਤੇ ਪੰਡਤ ਜੀ ਨੂੰ ਜਨਮ ਪੱਤਰੀ ਬਣਾਉਣ ਲਈ ਬੇਨਤੀ ਕੀਤੀ। ਮਾਤਾ ਤ੍ਰਿਪਤਾ ਜੀ ਬਾਲਕ ਨੂੰ ਗੋਦੀ ਵਿੱਚ ਲੈ ਕੇ ਬੈਠ ਗਏ। ਮਹਿਤਾ ਕਾਲੂ ਤੇ ਬੇਬੇ ਨਾਨਕੀ ਜੀ ਵੀ ਕੋਲ ਆ ਬੈਠੇ। ਮਹਿਤਾ ਜੀ ਨੂੰ ਜਾਣਨ ਵਾਲੇ ਕੁਝ ਹੋਰ ਅਹਿਲਕਾਰ ਵੀ ਨਵਜੰਮੇ ਬਾਲਕ ਦੇ ਦਰਸ਼ਨ ਕਰਨ ਆਏ ਹੋਏ ਸਨ। ਸਹਿਜ ਸੁਭਾਅ ਹੀ ਸਭ ਦੇ ਹੱਥ ਜੁੜੇ ਹੋਏ ਸਨ। ਪੰਡਤ ਆਪਣੀ ਜੋਸ਼ ਵਿਦਿਆ ਅਨੁਸਾਰ ਗ੍ਰਹਿਆਂ ਅਤੇ ਨਛੱਤਰਾਂ ਦੀ ਚਾਲ ਬੜੇ ਗਹੁ ਨਾਲ ਵੇਖ ਰਿਹਾ ਸੀ ਤੇ ਨਾਲ ਹੀ ਆਪ ਮੁਹਾਰੇ ਪ੍ਰਭੂ ਦਾ ਜਾਪ ਕਰੀ ਜਾ ਰਿਹਾ ਸੀ। ਬਾਲਕ ਗੁਰੂ ਦਾ ਨਾਂ ਉਹਨਾਂ ਦੀ ਭੈਣ ਬੇਬੇ ਨਾਨਕੀ ਨਾਲ ਰਲਦਾ ਨਾਨਕ ਦੇਵ ਹੀ ਰੱਖਿਆ ਗਿਆ। ਉਂਝ ਵੀ ਜਿਨ੍ਹਾਂ ਘਰਾਂ ਵਿੱਚ ਲੜਕੀ ਤੋਂ ਬਾਅਦ ਲੜਕੇ ਦਾ ਜਨਮ ਹੁੰਦਾ ਹੈ, ਉਹ ਲੜਕੀ ਬੜੀ ਸ਼ੁਭ ਮੰਨੀ ਜਾਂਦੀ ਹੈ ਅਤੇ ਉਸ ਦਾ ਪਰਿਵਾਰ ਖੁਸ਼ੀ ਨਾਲ ਇਹ ਗੱਲ ਕਰਦਾ ਰਹਿੰਦਾ ਹੈ ਕਿ ਇਹ ਆਪਣੇ ਨਿੱਕੇ ਵੀਰ ਦਾ ਹੱਥ ਫੜ ਕੇ ਲਿਆਈ ਹੈ। ਗੁਰੂ ਨਾਨਕ ਦੇਵ ਜੀ ਵੀ ਆਪਣੀ ਭੈਣ ਦਾ ਬਹੁਤ ਸਤਿਕਾਰ ਕਰਦੇ ਸਨ। ਬੇਬੇ ਨਾਨਕੀ ਵੀ ਆਪਣੇ ਵੀਰ ਦੇ ਸਾਹ ਨਾਲ ਜਿਉਂਦੀ ਸੀ ਅਤੇ ਜਦੋਂ ਵੀ ਯਾਦ ਕਰਦੀ ਸੀ, ਗੁਰੂ ਜੀ ਆਪ ਪਹੁੰਚਦੇ ਸਨ। ਬਾਲ ਲੀਲਾ। ਗੁਰੂ ਨਾਨਕ ਸਾਹਿਬ ਜੀ ਬਚਪਨ ਤੋਂ ਹੀ ਅਨੋਖੀ ਕਿਸਮ ਦੇ ਬਾਲਕ ਸਨ। ਜਦੋਂ ਵੀ ਕੋਈ ਉਹਨਾਂ ਦੇ ਲਾਗੇ ਪਰਮਾਤਮਾ ਬਾਰੇ, ਮਨੁੱਖਾਂ ਬਾਰੇ ਅਤੇ ਮਨੁੱਖੀ ਜੀਵਨ ਜਾਂ ਜਨਮ ਮਰਨ ਬਾਰੇ ਗੱਲ ਕਰਦਾ ਤਾਂ ਗੁਰੂ ਜੀ ਨੂੰ ਬਹੁਤ ਚੰਗਾ ਲੱਗਦਾ। ਸਾਧੂ ਮਹਾਤਮਾ ਉਹਨਾਂ ਨੂੰ ਬਹੁਤ ਚੰਗੇ ਲੱਗਦੇ ਸਨ, ਜਿਨ੍ਹਾਂ ਦੀ ਉਹ ਅੰਨ ਪਾਣੀ ਨਾਲ ਵੀ ਸੇਵਾ ਕਰਦੇ ਰਹਿੰਦੇ ਸਨ। ਉਹ ਆਪਣੇ ਹਾਣੀਆਂ ਵਿੱਚ ਵੀ ਅਜੀਬ ਕਿਸਮ ਦੀਆਂ ਖੇਡਾਂ ਖੇਡਦੇ। ਜਦੋਂ ਉਹ ਕਿਸੇ ਸਾਧੂ ਸੰਤ ਨੂੰ ਕੀਰਤਨ ਕਰਦਾ ਵੇਖਦੇ ਤਾਂ ਉਹਨਾਂ ਨੂੰ ਬਹੁਤ ਚੰਗਾ ਲੱਗਦਾ। ਉਹ ਬਚਪਨ ਵਿੱਚ ਹੀ ਬੜੀ ਸੁਰੀਲੀ ਤੇ ਮਿੱਠੀ ਆਵਾਜ਼ ਵਿੱਚ ਗਾ ਲੈਂਦੇ ਸਨ ਅਤੇ ਆਪਣੇ ਹਾਣ ਦੇ ਬੱਚਿਆਂ ਨੂੰ ਵੀ ਧੰਨ ਨਿਰੰਕਾਰ ਸਤ ਕਰਤਾਰ ਦੀ ਧੁਨੀ ਲਵਾਉਂਦੇ। ਆਪ ਅੱਗੇ ਬੋਲਦੇ ਤੇ ਬੱਚਿਆਂ ਨੂੰ ਪਿੱਛੇ ਪਿੱਛੇ ਬੋਲਣ ਲਈ ਕਹਿੰਦੇ।
ਉਹਨਾਂ ਦੀ ਇਸ ਲੀਲਾ ਨੂੰ ਵੇਖਣ ਸੁਣਨ ਲਈ ਵੱਡੀ ਉਮਰ ਦੇ ਇਸਤਰੀਆਂ ਪੁਰਸ਼ ਵੀ ਆਉਂਦੇ ਤੇ ਆਨੰਦਿਤ ਹੁੰਦੇ। ਇੱਕ ਦਿਨ ਤਲਵੰਡੀ ਪਿੰਡ ਦਾ ਮਾਲਕ ਰਾਏ ਬੁਲਾਰ ਵੀ ਉਹਨਾਂ ਨੂੰ ਵੇਖਣ ਆਇਆ ਤੇ ਛੋਟੇ ਬਾਲਾਂ ਦੀ ਅਲੌਕਿਕ ਖੇਡ ਵੇਖ ਕੇ ਬਹੁਤ ਖੁਸ਼ ਹੋਇਆ। ਉਸ ਨੂੰ ਵਿਸ਼ਵਾਸ ਹੋ ਗਿਆ ਕਿ ਬਾਲ ਨਾਨਕ ਕੋਈ ਆਮ ਬਾਲਕ ਨਹੀਂ ਹੈ, ਬਲਕਿ ਰੱਬ ਦਾ ਰੂਪ ਹਨ। ਰਾਏ ਬੁਲਾਰ ਧਾਰਮਿਕ ਖਿਆਲਾਂ ਦੇ ਅਤੇ ਬੜੇ ਪਿਆਰ ਵਾਲੇ ਦਿਆਲੂ ਪੁਰਸ਼ ਸਨ। ਉਹਨਾਂ ਦੇ ਵਡੇਰੇ ਹਿੰਦੂ ਸਨ ਜੋ ਜਬਰੀ ਮੁਸਲਮਾਨ ਬਣਾਏ ਗਏ ਸਨ। ਉਹਨਾਂ ਦੀ ਜੂਹ ਵਿੱਚ ਕਿਸੇ ਕਿਸਮ ਦਾ ਜ਼ਬਰ ਜ਼ੁਲਮ ਨਹੀਂ ਸੀ ਹੁੰਦਾ। ਬਾਲ ਗੁਰੂ ਜੀ ਜਦ ਇਕੱਲੇ ਹੁੰਦੇ ਤਾਂ ਚੌਂਕੜਾ ਮਾਰ ਕੇ ਰੱਬ ਦੀ ਯਾਦ ਵਿੱਚ ਜੁੜ ਜਾਂਦੇ। ਉਹ ਕਿਸੇ ਲੋਕ ਲਾਜ ਜਾਂ ਡਰ ਅਤੇ ਸੰਗ ਤੋਂ ਬੇਪਰਵਾਹ ਸਨ। ਇਹੋ ਕਾਰਨ ਸੀ ਕਿ ਕੋਈ ਉਹਨਾਂ ਨੂੰ ਆਪਣੇ ਪਿੱਛੇ ਨਹੀਂ ਲਾ ਸਕਿਆ। ਉਹਨਾਂ ਨਾਲ ਕੋਈ ਗੁੱਸੇ ਵੀ ਨਹੀਂ ਸੀ ਹੁੰਦਾ, ਕਿਉਂਕਿ ਉਹ ਆਪ ਕਦੇ ਗੁੱਸੇ ਵਿੱਚ ਨਹੀਂ ਆਉਂਦੇ ਸਨ। ਇਸੇ ਕਰਕੇ ਹਰ ਕੋਈ ਇਸਤਰੀ ਮਰਦ ਛੋਟਾ ਜਾਂ ਵੱਡਾ ਜਦੋਂ ਵੀ ਉਹਨਾਂ ਦੇ ਦਰਸ਼ਨ ਕਰਦਾ ਨਿਹਾਲ ਹੋ ਜਾਂਦਾ ਸੀ, ਕਿਉਂਕਿ ਉਹਨਾਂ ਦਾ ਖੁਸ਼ਬੂ ਭਰਿਆ ਵਿਅਕਤੀਤਵ ਹਰ ਥਾਂ ਖੁਸ਼ਬੂ ਹੀ ਖਿਲਾਰਦਾ ਸੀ। ਗੁਰੂ ਜੀ ਦੁਆਰਾ ਵਿੱਦਿਆ ਪੜ੍ਹਨੀ। ਕੁਝ ਲੋਕਾਂ ਦਾ ਵਿਚਾਰ ਹੈ ਕਿ ਗੁਰੂ ਜੀ ਨੇ ਕਿਸੇ ਅਧਿਆਪਕ ਪਾਸੋਂ ਵਿੱਦਿਆ ਪ੍ਰਾਪਤ ਨਹੀਂ ਸੀ ਕੀਤੀ। ਉਹ ਤਾਂ ਧੁਰ ਦਰਗਾਹੋਂ ਹੀ ਜਗਤ ਗੁਰੂ ਬਣ ਕੇ ਆਏ ਸਨ। ਉਹ ਤਾਂ ਲੋਕਾਂ ਨੂੰ ਪੜ੍ਹਾਉਣ ਆਏ ਸਨ, ਕਿਸੇ ਹੋਰ ਪਾਸੋਂ ਉਹਨਾਂ ਨੇ ਕੀ ਪੜ੍ਹਨਾ ਸੀ। ਅਜਿਹੇ ਲੋਕ ਗੁਰੂ ਜੀ ਨੂੰ ਅਨਪੜ੍ਹ ਦੱਸਣ ਵਿੱਚ ਹੀ ਉਹਨਾਂ ਦੀ ਵਡਿਆਈ ਸਮਝਦੇ ਹਨ, ਜੋ ਕਿ ਠੀਕ ਨਹੀਂ ਹੈ। ਗੁਰੂ ਜੀ ਨੂੰ ਗੋਪਾਲ ਦਾਸ ਪਾਂਡੇ ਪਾਸ ਪੜ੍ਹਨ ਲਈ ਭੇਜਿਆ ਗਿਆ। ਪੰਡਿਤ ਬ੍ਰਿਜ ਲਾਲ ਪਾਸ ਵੀ ਅਤੇ ਮੌਲਵੀ ਕੁਤਬੀਦੀਨ ਪਾਸ ਵੀ, ਪਰੰਤੂ ਕਿਉਂਕਿ ਉਹ ਰੱਬੀ ਗਿਆਨ ਦੀ ਦਾਤ ਧੁਰ ਦਰਗਾਹੋਂ ਹੀ ਲਿਆਏ ਸਨ, ਇਸ ਲਈ ਜੋ ਵੀ ਵਿੱਦਿਆ ਉਹਨਾਂ ਨੂੰ ਜਿਸ ਅਧਿਆਪਕ ਦੁਆਰਾ ਪੜ੍ਹਾਈ ਗਈ, ਉਹਨਾਂ ਤੁਰੰਤ ਹੀ ਪੜ੍ਹ ਲਈ ਅਤੇ ਉਹਨਾਂ ਦੇ ਹਰ ਅਧਿਆਪਕ ਨੇ ਤੁਰੰਤ ਹੀ ਹੱਥ ਖੜੇ ਕਰ ਦਿੱਤੇ। ਇਹ ਤਾਂ ਇੱਕ ਵਾਰ ਹੀ ਪੜ੍ਹ ਕੇ ਸਾਰਾ ਯਾਦ ਕਰ ਲੈਂਦੇ ਹਨ। ਮੇਰੇ ਪਾਸ ਹੋਰ ਪੜ੍ਹਾਉਣ ਲਈ ਕੁਝ ਨਹੀਂ ਹੈ। ਉਹਨਾਂ ਦੁਆਰਾ ਲਿਖੀ ਪੱਟੀ ਜਦ ਪਾਂਧੇ ਨੇ ਪੜ੍ਹੀ ਤਾਂ ਉਹ ਹੱਕਾ ਬੱਕਾ ਰਹਿ ਗਿਆ ਅਤੇ ਆਖਣ ਲੱਗਾ, ਇਹ ਤਾਂ ਕੋਈ ਵੱਡਾ ਉਸਤਾਦ ਹੈ। ਉਸਨੇ ਗੁਰੂ ਜੀ ਅੱਗੇ ਸਿਰ ਨਵਾਇਆ ਅਤੇ ਆਖਿਆ, ਤੁਸੀਂ ਦੁਨੀਆ ਵਿੱਚ ਰਹਿਣਾ ਹੈ, ਹੁਣ ਕੋਈ ਲੇਖਾ ਪੱਤਾ ਵੀ ਸਿੱਖ ਲਵੋ, ਤੁਹਾਡੇ ਕੰਮ ਆਵੇਗਾ। ਗੁਰੂ ਜੀ ਨੇ ਆਖਿਆ, ਮੈਨੂੰ ਉਹ ਲੇਖਾ ਪੱਤਾ ਸਿਖਾਓ ਜੋ ਰੱਬ ਦੀ ਦਰਗਾਹ ਵਿੱਚ ਕੰਮ ਆਵੇ, ਜਿੱਥੇ ਇਸ ਜੀਵਨ ਦਾ ਲੇਖਾ ਦੇਣਾ ਪੈਣਾ ਹੈ। ਅਧਿਆਪਕ ਦਾ ਉੱਤਰ ਸੀ, ਉਸ ਲੇਖੇ ਦਾ ਮੈਨੂੰ ਤਾਂ ਕੋਈ ਪਤਾ ਨਹੀਂ ਹੈ, ਮੈਂ ਕੀ ਪੜ੍ਹਾਵਾਂ। ਜਨੇਊ ਦੀ ਰਸਮ। ਗੁਰੂ ਜੀ 9 ਸਾਲ ਦੇ ਹੋਏ ਤਾਂ ਪਰਿਵਾਰ ਵੱਲੋਂ ਜਨੇਊ ਦੀ ਰਸਮ ਕਰਨ ਬਾਰੇ ਸੋਚਿਆ ਗਿਆ ਅਤੇ ਦਿਨ ਵੀ ਮਿਥਿਆ ਗਿਆ। ਮਹਿਤਾ ਕਾਲੂ ਜੀ ਵੱਲੋਂ ਸਾਰੇ ਸਾਕ ਸੰਬੰਧੀਆਂ ਅਤੇ ਮਿੱਤਰ ਪਰਿਵਾਰਾਂ ਨੂੰ ਸੱਦੇ ਭੇਜੇ ਗਏ ਅਤੇ ਮਿੱਥੇ ਦਿਨ ਉੱਤੇ ਸਵੇਰ ਤੋਂ ਹੀ ਪ੍ਰਾਹੁਣਿਆਂ ਦੀ ਆਓ ਭਗਤ ਲਈ ਮਠਿਆਈਆਂ ਅਤੇ ਖਾਣੇ ਆਦਿ ਦਾ ਪ੍ਰਬੰਧ ਕੀਤਾ ਗਿਆ ਸੀ। ਘਰ ਦਾ ਪੁਰੋਹਿਤ ਪੰਡਿਤ ਹਰਦਿਆਲ ਵੀ ਸਮੇਂ ਸਿਰ ਪਹੁੰਚ ਗਿਆ। ਗੁਰੂ ਜੀ ਨੂੰ ਉਚੇਚੇ ਤੌਰ 'ਤੇ ਤਿਆਰ ਕੀਤੀ ਥਾਂ ਉੱਤੇ ਬਿਠਾਇਆ ਗਿਆ। ਪੰਡਿਤ ਨੇ ਕੁਝ ਮੰਤਰ ਪੜ੍ਹੇ। ਜਿਸ ਥਾਂ ਆਪ ਬੈਠੇ ਸੀ ਉਸ ਦੁਆਲੇ ਇੱਕ ਲਕੀਰ ਖਿੱਚ ਦਿੱਤੀ ਅਤੇ ਆਪਣੇ ਸਾਹਮਣੇ ਗੁਰੂ ਜੀ ਨੂੰ ਬਿਠਾ ਲਿਆ। ਆਲੇ ਦੁਆਲੇ ਪਿੰਡ ਦਾ ਭਾਈਚਾਰਾ ਅਤੇ ਰਿਸ਼ਤੇਦਾਰ ਬੈਠ ਗਏ। ਇਸਤਰੀਆਂ ਇੱਕ ਪਾਸੇ ਅਤੇ ਮਰਦ ਇੱਕ ਪਾਸੇ। ਬੇਬੇ ਨਾਨਕੀ ਵੀ ਆਪਣੇ ਵੀਰ ਦੇ ਲਾਗੇ ਆ ਕੇ ਸਭ ਦੇ ਅੱਗੇ ਬੈਠ ਗਈ। ਜਨੇਊ ਪਾਉਣ ਲਈ ਪੰਡਿਤ ਹਰਦਿਆਲ ਨੇ ਆਪਣੇ ਹੱਥ ਅੱਗੇ ਕੀਤੇ। ਇੱਧਰ ਮਿੱਤਰ ਅਤੇ ਰਿਸ਼ਤੇਦਾਰ ਵੀ ਵਧਾਈ ਦੇਣ ਦੀਆਂ ਤਿਆਰੀਆਂ ਵਿੱਚ ਹੀ ਸਨ ਕਿ ਗੁਰੂ ਜੀ ਨੇ ਪਾਂਧੇ ਦਾ ਹੱਥ ਪਰਾਂ ਕਰਦਿਆਂ ਜਨੇਊ ਪਾਉਣ ਤੋਂ ਨਾ ਕਰ ਦਿੱਤੀ। ਵੇਖਣ ਵਾਲੇ ਸਾਰੇ ਹੱਕੇ ਬੱਕੇ ਰਹਿ ਗਏ। ਗੁਰੂ ਜੀ ਨੂੰ ਕਹਿਣ ਲੱਗੇ, ਪੰਡਿਤ ਜੀ, ਮੈਨੂੰ ਪਹਿਲਾਂ ਦੱਸੋ ਕਿ ਤੁਸੀਂ ਇਹ ਕੀ ਕਰ ਰਹੇ ਹੋ? ਜਨੇਊ ਪਾਉਣ ਦੇ ਕੀ ਲਾਭ ਹਨ? ਪਹਿਲਾਂ ਮੈਨੂੰ ਸਾਰੀ ਗੱਲ ਸਮਝਾਓ ਅਤੇ ਫਿਰ ਜਨੇਊ ਪਾ ਦੇਣਾ। ਪੰਡਿਤ ਜੀ ਨੇ ਦੱਸਿਆ ਕਿ ਇਸ ਰਸਮ ਸਾਡੇ ਵੱਡੇ ਵਡੇਰਿਆਂ ਵੱਲੋਂ ਚੱਲੀ ਆ ਰਹੀ ਹੈ। ਜਦ ਤੱਕ ਉੱਚੀ ਜਾਤ ਦਾ ਬੰਦਾ ਜਨੇਊ ਨਹੀਂ ਪਾਉਂਦਾ ਤਾਂ ਉਹ ਨੀਵੀਂ ਜਾਤ ਦਾ ਗਿਣਿਆ ਜਾਂਦਾ ਹੈ। ਜਨੇਊ ਪਾਉਣ ਨਾਲ ਉਹ ਪਵਿੱਤਰ ਹੋ ਜਾਂਦਾ ਹੈ। ਇਹ ਗੱਲ ਸੁਣ ਕੇ ਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ, ਤੁਹਾਡੀ ਇਹ ਦਲੀਲ ਮੈਨੂੰ ਠੀਕ ਨਹੀਂ ਲੱਗਦੀ। ਨਾਲੇ ਔਰਤ ਨੂੰ ਤਾਂ ਜਨੇਊ ਪਾਇਆ ਹੀ ਨਹੀਂ ਜਾਂਦਾ। ਨੀਵੀਂ ਜਾਤੀ ਦਾ ਸ਼ੂਦਰ ਜਾਂ ਨੀਚ ਉਹੀ ਹੁੰਦਾ ਹੈ ਜਿਹੜਾ ਨੀਚਾਂ ਵਾਲੇ ਮੰਦੇ ਕੰਮ ਕਰਦਾ ਹੈ। ਕੋਈ ਪਾਪੀ, ਪਖੰਡੀ, ਧੋਖੇਬਾਜ਼ ਆਦਿ
ਜਨੇਊ ਪਾ ਕੇ ਉੱਚੀ ਜਾਤੀ ਦਾ ਕਿਵੇਂ ਬਣ ਸਕਦਾ ਹੈ? ਉੱਤਮ ਜਾਤੀ ਦਾ ਬਣਨ ਲਈ ਬੰਦੇ ਨੂੰ ਭਲੇ ਦੇ ਕੰਮ ਹੀ ਕਰਨੇ ਚਾਹੀਦੇ ਹਨ, ਭਾਵੇਂ ਉਹ ਕਿਸੇ ਜਾਤੀ ਦਾ ਵੀ ਹੋਵੇ। ਧਾਗੇ ਦਾ ਜਨੇਊ ਪਾਉਣ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਸੂਤ ਦਾ ਧਾਗਾ ਤਾਂ ਕੁਝ ਦਿਨਾਂ ਵਿੱਚ ਹੀ ਮੈਲਾ ਹੋ ਜਾਵੇਗਾ ਅਤੇ ਗਲ ਸੜ ਕੇ ਟੁੱਟ ਜਾਵੇਗਾ। ਫਿਰ ਹੋਰ ਧਾਗਾ ਵੱਟ ਕੇ ਪਾਉਣ ਦੀ ਲੋੜ ਪਵੇਗੀ। ਜਦ ਮਨੁੱਖ ਇਹ ਦੁਨੀਆ ਛੱਡ ਕੇ ਜਾਵੇਗਾ, ਇਹ ਧਾਗਾ ਤਾਂ ਇੱਥੇ ਹੀ ਰਹਿ ਜਾਵੇਗਾ, ਨਾਲ ਤਾਂ ਉਸ ਦੇ ਚੰਗੇ ਮਾੜੇ ਕਰਮ ਹੀ ਜਾਣੇ ਹਨ ਜੋ ਉਹ ਇਸ ਸੰਸਾਰ ਵਿੱਚ ਕਰਕੇ ਜਾਵੇਗਾ। ਇਹ ਤਾਂ ਅਜਿਹਾ ਜਨੇਊ ਪਾਓ ਜੋ ਪਰਲੋਕ ਵਿੱਚ ਵੀ ਮੇਰੇ ਨਾਲ ਜਾਵੇ। ਪੰਡਤ ਜੀ ਕਹਿਣ ਲੱਗੇ ਕਿ ਅਜਿਹੇ ਜਨੇਊ ਬਾਰੇ ਤੁਸੀਂ ਆਪ ਹੀ ਦੱਸੋ ਕਿ ਉਹ ਕਿਹੋ ਜਿਹਾ ਹੁੰਦਾ ਹੈ। ਗੁਰੂ ਜੀ ਨੇ ਕਿਹਾ, ਅਜਿਹਾ ਜਨੇਊ ਬਣਾਉਣ ਲਈ ਦਇਆ ਰੂਪੀ ਕਪਾਹ, ਸੰਤੋਖ ਰੂਪੀ ਸੂਤ, ਜਤ ਰੂਪੀ ਗੰਢ ਅਤੇ ਸਤ ਰੂਪੀ ਵੱਟ ਵਰਤੇ ਜਾਣ ਤਾਂ ਅਜਿਹਾ ਜਨੇਊ ਬਣਦਾ ਹੈ। ਦਇਆ ਕਪਾਹ, ਸੰਤੋਖ ਸੂਤ, ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘਤ। ਨਾ ਇਹ ਟੂਟੇ ਮਲ ਲਗੇ, ਨਾ ਇਹ ਜਲੇ ਨਾ ਜਾਏ। ਧਨ ਸੋ ਮਾਨਸ ਨਾਨਕਾ, ਜੋ ਗਲ ਚਲੇ ਪਾਏ।